ਪਟਿਆਲਾ 'ਚ ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਸਾਬਕਾ ਕੇਂਦਰੀ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਇੱਕ ਪ੍ਰੋਗਰਾਮ ਮੌਕੇ ਸ਼ਿਰਕਤ ਕੀਤੀ। ਇਸ ਦੌਰਾਨ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਰਕਾਰ ਬੇਅਦਬੀ ਨੂੰ ਲੈ ਕੇ ਆਪਣੀ ਸਿਆਸਤ ਬੰਦ ਕਰੇ। ਉੱਥੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ 2 ਮਹੀਨੇ ਵਿੱਚ ਇਨਸਾਫ ਕਰਨ ਦੀ ਗੱਲ ਆਖੀ ਸੀ। ਇਸ ਦਾ ਮਤਲਬ ਜੋ ਉਹਨਾਂ ਵੱਲੋਂ ਐਸਆਈਟੀ ਬਣਾਈ ਗਈ ਸੀ ਉਸ ਦਾ ਫੈਸਲਾ ਵੀ ਗਲਤ ਸੀ। ਉੱਥੇ ਬੀਬੀ ਜਗੀਰ ਕੌਰ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਲੈ ਕੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਲਗਾਤਾਰ ਚਿੱਠੀਆਂ ਲਿਖ ਰਹੇ ਨੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਅਪੀਲ ਹੈ ਕਿ 19 ਨਵੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੱਕ ਕਰਤਾਰਪੁਰ ਕੋਰੀਡੋਰ ਨੂੰ ਖੋਲ ਦਿੱਤਾ ਜਾਏ। ਉਹ ਅਜੇ ਤੱਕ ਜੀ ਦੇਖੋ ਸਾਡਾ ਤੇ ਉਹ ਫੈਸਲਾ ਪੁਲਿਸ ਨੂੰ ਵੀ ਅਸੀਂ ਦਿੱਤਾ ਸੀਗਾ, ਅਜੇ ਤੱਕ ਉਹਦੀ ਵੀ ਕੋਈ ਉਹਨਾਂ ਨੇ ਇਨਕੁਆਇਰੀ ਰਿਪੋਰਟ ਨਹੀਂ ਦਿੱਤੀ। ਉਹਨਾਂ ਕੋਰਟ 'ਚ ਕਰ ਦਿੱਤਾ। ਹੁਣ ਇਹਨਾਂ ਨੇ ਪੁਲਿਸ ਨੇ ਜਿਹੜੀ ਇਨਕੁਆਇਰੀ ਰਿਪੋਰਟ ਉੱਥੇ ਪੇਸ਼ ਕਰਨੀ ਹੈ, ਅਜੇ ਤੱਕ ਉਹ ਕੀਤੀ ਨਹੀਂ। ਜੀ ਤੁਹਾਡੇ ਵੱਲੋਂ ਜਿਹੜੀ ਤੁਹਾਡੀ ਕਮੇਟੀ ਬਣਾਈ ਜਾਏਗੀ ਉਹ ਕਮੇਟੀ ਦੀ ਕੀ ਰਿਪੋਰਟ ਆਈ ਹੈਗੀ ਉਹਦੇ ਵਿੱਚ? ਸਾਡੀ ਕਮੇਟੀ ਦੇ 'ਚ ਕੰਮ ਕੀਤੀ, ਉਹਨਾਂ ਨੇ ਕਿਹਾ ਸਾਡੀ ਜ਼ਮੀਨ ਉਹ ਤੇ ਹੁਣ ਜਿਹੜੀ ਇਨਕੁਆਇਰੀ ਕੀਤੀ ਹੈ ਪੁਲਿਸ ਨੇ ਉਹ ਆਪਣੀ ਇਨਕੁਆਇਰੀ ਰਿਪੋਰਟ ਪੇਸ਼ ਕਰੇ। ਇੱਕ ਨਾ ਦੇ ਵਿੱਚ ਇਨਸਾਫ ਮਿਲੂਗਾ ਕਿਉਂਕਿ ਇਲੈਕਸ਼ਨ ਦਾ ਦੌਰ ਵੀ ਨੇੜੇ ਆ ਚੁੱਕਾ ਹੈ। ਉਹਨਾਂ ਨੂੰ 5 ਸਾਲ ਰੋਕਿਆ ਕਿੰਨੇ? ਪੌਣੇ 5 ਸਾਲ ਹੋ ਗਏ। ਉਹਨਾਂ ਦੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਅਸੀਂ 2 ਮਹੀਨੇ 'ਚ ਸਭ ਕੁਝ ਕਰਾਂਗੇ। ਕਿਹਨੇ ਰੋਕਿਆ ਉਹਨੂੰ? ਕੀ ਉਹ ਨਲਾਇਕ ਨਿਕਲੇ? ਜਿੰਨੀਆਂ ਸਿੱਟਾਂ ਬਣਾਈਆਂ ਇਹਦਾ ਮਤਲਬ ਉਹਨਾਂ ਨੇ ਸਿੱਟਾਂ ਵਿੱਚ ਵੀ ਗਲਤ ਫੈਸਲਾ ਕੀਤਾ। ਜੋ ਸਿੱਟਸ ਬਣਾਈਆਂ ਸੀਗੀਆਂ ਉਹਦੇ ਵਿੱਚ ਵੀ ਗਲਤ ਹੋਇਆ। ਜੇ ਉਹਨਾਂ ਨੇ ਕਮਿਸ਼ਨ ਬਣਾਇਆ ਉਹ ਵੀ ਗਲਤ ਸੀ। ਜਦੋਂ ਹਾਈ ਕੋਰਟ ਵਿੱਚ ਸਿੱਟ ਨੇ ਰਿਪੋਰਟ ਪੇਸ਼ ਕੀਤੀ ਤੇ ਉਹਨੇ ਚੱਕ ਕੇ ਮਾਰੀ ਹਾਈ ਕੋਰਟ ਨੇ ਕਿ ਇਹ ਨਿਰਾ ਸਿਆਸੀ ਕਰਨਾ। ਇਹਦਾ ਮਤਲਬ ਕਿ ਉਹ ਜ਼ਿਆਦਾ ਸਿਆਸਤ ਕਰ ਰਹੇ ਹੈ, ਉਹਨਾਂ ਦਾ ਜ਼ੋਰ ਇੱਕੋ ਹੀ ਹੈ। ਹੁਣ ਫਿਰ ਨਵੀਂ ਸਿੱਟ ਬਣਾ ਦਿੱਤੀ, ਸਿੱਟ ਬਣੀ, ਫਿਰ ਦੁਬਾਰਾ ਸਿੱਟ ਬਣਾਈ। ਇਹਦਾ ਕਾਰਨ ਇਹ ਹੈ ਕਿ ਉਹ ਇਨਸਾਫ ਨਹੀਂ ਕਰਨਾ ਚਾਹੁੰਦੇ। ਉਹ ਬੇਅਦਬੀ ਦਾ ਲੋਕਾਂ ਦੇ ਵਿੱਚ ਇਨਸਾਫ ਨਹੀਂ ਦੇਣਾ ਚਾਹੁੰਦੇ। ਉਹ ਕੇਵਲ ਤੇ ਕੇਵਲ ਸਿਆਸੀਕਰਨ ਕਰਕੇ ਉਹਨਾਂ ਦਾ ਇੱਕੋ ਹੀ ਜ਼ੋਰ ਲੱਗਾ ਹੋਇਆ ਵੀ ਅਸੀਂ ਗਲਤ ਕਾਰਵਾਈ ਕਰਕੇ ਬਾਦਲਾਂ ਨੂੰ ਅੰਦਰ ਕਿੱਦਾਂ ਦੇਗੀ। ਔਰ ਕੋਈ ਉਹਨਾਂ ਨੂੰ ਚਿੰਤਾ ਨਹੀਂ, ਕੋਈ ਬੇਅਦਬੀ ਦਾ ਜੋ ਇਨਸਾਫ ਦੇਣਾ ਉਹਦੀ ਕੋਈ ਚਿੰਤਾ ਹੀ ਨਹੀਂ ਉਹਨਾਂ ਨੂੰ, ਸਹੀ ਫੈਸਲਾ ਕਰਨ ਦੀ ਕੋਈ ਚਿੰਤਾ ਨਹੀਂ ਉਹਨਾਂ ਨੂੰ। ਸੋ ਲੋਕ ਉਦਣ ਖੁਸ਼ ਹੋਣਗੇ, ਲੋਕਾਂ ਨੂੰ ਉਦਣ ਮਨ ਦੀ ਜਿਹੜੀ ਹੈ ਉਹ ਰਾਹਤ ਮਿਲੇਗੀ ਜਿੱਦਣ ਸੱਚਮੁੱਚ ਹੀ ਦੋਸ਼ੀ ਜਿਹੜੇ ਹੈ ਉਹ ਅੰਦਰ ਦਿੱਤੇ ਜਾਣ। ਕੋਈ ਵੀ ਹੋਵੇ, ਕਿਸੇ ਪਾਰਟੀ ਦਾ ਹੋਵੇ, ਕੋਈ ਆਮ ਸਧਾਰਨ ਹੋਵੇ, ਕੋਈ ਕਿਸੇ ਜਥੇਬੰਦੀ ਦਾ ਹੋਵੇ, ਕੋਈ ਕਿਸੇ ਸਰਕਾਰ ਨਾਲ ਸੰਬੰਧਿਤ ਹੋਵੇ, ਕੋਈ ਵੀ ਹੋਵੇ, ਉਹ ਦੋਸ਼ੀ ਨੂੰ ਅੰਦਰ ਦੇਣੀ ਚਾਹੀਦੀ। ਬੀਬੀ ਜਿਹੜੀ ਤੁਸੀਂ ਖਾਲਸਾ ਕਾਲਜ ਦੀ ਜ਼ਮੀਨ ਸੀਗੀ ਜਿਹੜਾ ਵੀ ਹੋਵੇ ਜੀ, ਇਨਕੁਆਇਰੀ ਪੁਲਿਸ ਕਰ ਰਹੀ ਹੈ। ਜਿਹੜਾ ਵੀ ਹੋਵੇ, ਭਾਵੇਂ ਐਸਜੀਪੀਸੀ ਦਾ ਕੋਈ ਵੀ ਹੋਵੇ, ਭਾਵੇਂ ਅਕਾਲੀ ਦਲ ਦਾ ਹੋਵੇ, ਭਾਵੇਂ ਕਾਂਗਰਸ ਦਾ ਹੋਵੇ, ਭਾਵੇਂ ਕੋਈ ਹੋਵੇ, ਜਿਹੜਾ ਦੋਸ਼ੀ ਹੋਏਗਾ ਉਹ ਬਖਸ਼ਿਆ ਨਹੀਂ ਜਾਏਗਾ ਜਿਹਨੇ ਗਲਤ ਕੰਮ ਕੀਤਾ ਹੋਏਗਾ। 2022 ਨੂੰ ਲੈ ਕੇ ਐਸਜੀਪੀਸੀ ਵੱਲੋਂ ਕੀ ਸਹਾਇਤਾ ਦਿੱਤੀ ਜਾਵੇਗੀ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਨੇ? ਤੁਹਾਡੇ ਵੱਲੋਂ ਵੀ ਜੀ ਲੜੀ ਜਾਏਗੀ? ਕਾਹਦੀ ਸਹਾਇਤਾ ਦਿੱਤੀ ਜਾਏਗੀ ਜੀ? ਚੋਣਾਂ ਦੇ ਵਿੱਚ ਕੋਈ ਮਦਦ ਕੀਤੀ ਜਾਊਗੀ? ਦੇਖੋ ਐਸਜੀਪੀਸੀ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਦੀ ਹੈ। ਐਸਜੀਪੀਸੀ ਮਾਨਵਤਾ ਦੀ ਸੇਵਾ ਕਰਦੀ ਹੈ, ਮਨੁੱਖਤਾ ਦੀ ਸੇਵਾ ਕਰਦੀ ਹੈ। ਅਸੀਂ ਚੋਣਾਂ ਵਿੱਚ ਇਹ ਨਹੀਂ ਮਦਦ ਕਰਨੀ ਕਿ ਅਸੀਂ ਕਿਸੇ ਨੂੰ ਕੋਈ ਫੰਡ ਦੇਣਾ ਹੈ ਜਾਂ ਅਸੀਂ ਕੋਈ ਪੈਸੇ ਦੇਣੇ ਹੈ ਜਾਂ ਅਸੀਂ ਕਿਸੇ ਨੂੰ ਕੁਝ ਵੰਡਣਾ ਹੈ। ਸ਼੍ਰੋਮਣੀ ਕਮੇਟੀ ਨੇ ਤਾਂ ਆਪਣੀ ਡਿਊਟੀ ਕਰਨੀ ਹੈ। ਸਾਡਾ ਤੇ ਕੰਮ ਹੈ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ, ਮਾਨਵਤਾ ਦੀ ਸੇਵਾ ਕਰਨੀ, ਆਪਣੇ ਅਦਾਰੇ ਦੇਖਣੇ। ਇਹ ਤੇ ਪੋਲੀਟੀਕਲ ਜਿਹਨਾਂ ਲੜਾਈ ਲੜਨੀ ਹੈ, ਚੋਣਾਂ ਲੜਨੀਆਂ, ਉਹ ਆਪਣਾ ਕੰਮ ਕਰਨਗੇ। ਅਸੀਂ ਸਹਾਇਤਾ ਕੀ ਕਰਾਂਗੇ? ਜਿਹੜੀ ਇਲੈਕਸ਼ਨ ਆ ਰਹੀ ਹੈ ਤੁਸੀਂ ਚੋਣਾਂ ਲੜੋਗੇ? ਮੈਂ ਸ਼ੁਰੂ ਤੋਂ ਲੈ ਕੇ ਮੀਰੀ ਪੀਰ ਦੇ ਸਿਧਾਂਤ ਨੂੰ ਪਾਲਦੀ ਹਾਂ। ਠੀਕ ਹੈ ਜੀ। ਜਿਹੜਾ ਮੀਰੀ ਪੀਰ ਦਾ ਸਿਧਾਂਤ ਉਹ ਇਹ ਕਹਿੰਦਾ ਕਿ ਧਰਮ ਤੇ ਰਾਜਨੀਤੀ ਇਕੱਠੀ ਹੈ। ਤੁਸੀਂ ਦੇਖਦੇ ਆ ਰਹੇ ਹੋ ਕਿ ਮਾਨਯੋਗ ਟੌੜਾ ਸਾਹਿਬ ਵੀ ਸਾਡੇ ਪ੍ਰਧਾਨ ਰਹੇ। ਉਹਨਾਂ ਰਾਜ ਸਭਾ ਦੀ ਚੋਣ ਵੀ ਲੜੀ, ਮੈਂਬਰ ਪਾਰਲੀਮੈਂਟ ਦੀ ਚੋਣ ਲੜੀ। ਮੈਂ ਪਹਿਲਾਂ ਪ੍ਰਧਾਨ ਬਣੀ, ਮੈਂ ਐਮਐਲਏ ਵੀ ਸੀ। ਇਸ ਕਰਕੇ ਇਹ ਵੱਖ ਨਹੀਂ ਕੀਤੇ ਜਾ ਸਕਦੇ। ਧਰਮ ਉੱਪਰ ਰਹਿਣਾ ਚਾਹੀਦਾ, ਰਾਜਨੀਤੀ ਥੱਲੇ ਰਹਿਣੀ ਚਾਹੀਦੀ। ਰਾਜਨੀਤੀ ਲੋਕਾਂ ਦੀ ਸੇਵਾ ਵਾਸਤੇ ਹੈ, ਇਹ ਕੋਈ ਲੁੱਟਣ ਵਾਸਤੇ ਨਹੀਂ ਹੈ। ਉਹ ਗੱਲ ਵੱਖਰੀ ਹੈ ਕਿ ਲੋਕਾਂ ਨੇ ਅੱਜ ਨਵੀਂ ਸੋਚ ਅਪਣਾ ਲਈ ਹੈ ਵੀ ਸ਼ਾਇਦ ਰਾਜਨੀਤੀ ਵਿੱਚ ਆਉਣ ਵਾਸਤੇ ਅਮੀਰ ਹੋਣਾ, ਰਾਤੋਂ ਰਾਤ ਕਰੋੜਾਪਤੀ ਬਣਨਾ। ਨਹੀਂ, ਰਾਜਨੀਤੀ ਦੇ ਵਿੱਚ ਜਿਹੜਾ ਕੋਈ ਜਾਂਦਾ ਉਹਨੇ ਸਰਕਾਰ ਦੀਆਂ ਪਾਲਿਸੀ, ਸਰਕਾਰ ਦੀਆਂ ਫੈਸਿਲਿਟੀਜ਼ ਲੋਕਾਂ 'ਚ ਲਿਆ ਕੇ ਦੇਣੀਆਂ, ਲੋਕਾਂ ਦੀ ਸੇਵਾ ਕਰਨੀ ਹੈ। ਦੇਖੋ ਨੌਕਰੀਆਂ ਦੇਣੀਆਂ, ਸੜਕਾਂ ਬਣਾਉਣੀਆਂ, ਸਕੂਲ ਖੋਲ੍ਹਣੇ, ਕਾਲਜ ਖੋਲ੍ਹਣੇ, ਡਿਵੈਲਪਮੈਂਟ ਕਰਨੀ ਸ਼ਹਿਰਾਂ ਦੀ, ਪਿੰਡਾਂ ਦੀ। ਕੀ ਇਹ ਸੇਵਾ ਨਹੀਂ? ਪਰ ਗੱਲ ਇਹ ਹੈ, ਮੈਂ ਤਾਂ ਦੱਸਣ ਲੱਗੀ ਨਾ, ਮੇਰਾ ਕਹਿਣ ਤੋਂ ਬਾਅਦ ਸ਼ੁਰੂ ਤੋਂ ਲੈ ਕੇ ਮੀਰੀ ਪੀਰ ਦੇ ਸਿਧਾਂਤ ਰਹੀ ਹੈ, ਅੱਜ ਵੀ ਰਹਾਂਗੀ। ਪਾਰਟੀ ਜੋ ਹੁਕਮ ਕਰੇਗੀ, ਮੈਨੂੰ ਚੋਣ ਲਈ ਕਹੇਗੀ ਚੋਣ ਲੜਾਂਗੀ, ਜੇ ਮੈਨੂੰ ਸੇਵਾ ਕਹੇਗੀ ਸੇਵਾ ਕਰਾਂਗੀ। ਇਹ ਉਹਦੀ ਮਰਜ਼ੀ। ਕਿਹੜੇ ਏਰੀਆ 'ਚ ਚੋਣ ਲੜੋਗੇ? ਪਹਿਲਾਂ ਹੀ ਹੈਗਾ, ਮੈਂ ਬੇਕਰੀ ਥੋੜ੍ਹਾ ਘਰ ਵਾਲੀ। ਕਿਹੜੇ ਏਰੀਆ ਦੀ ਗੱਲ ਕਰ ਰਹੇ ਹੋ? ਮੇਰਾ ਭਲਾਥ ਹਲਕਾ। ਮੇਰਾ ਲਾਸਟ ਸਵਾਲ ਹੈ, ਚਰਨ ਸਿੰਘ ਚੰਨੀ ਮੁੱਖ ਮੰਤਰੀ ਮਾੜੇ ਨੇ, ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿੰਨੇ ਨੰਬਰ ਦੇਣੇ? ਮੈਂ ਤੇ ਜੀ ਪਹਿਲੇ ਦਿਨ ਨੂੰ ਵੀ 0 ਦੇਣੀ ਤੇ ਹੁਣ ਦਿਨ -0। ਇਹ ਕਿਉਂ ਜੀ?
ਗੱਪੀ ਨੇ ਸਰ, ਗੱਪਾਂ ਮਾਰੀ ਜਾਂਦੇ ਜੀ, ਕੰਮ ਕਰਨਗੇ ਤਾਂ ਹੀ ਹੈ ਨਾ ਜੀ। ਠੀਕ ਹੈ ਰੌਲਾ ਹੀ ਹੈ, ਹੋਰ ਕੀ ਹੈ। ਕੀ ਅੱਜ ਜੋ ਵੀ ਸ਼ੁਰੂ ਕਰਨ ਲੱਗੇ ਹਾਂ ਜੀ, ਉਹਦੀਆਂ ਜਿਸ ਤਰ੍ਹਾਂ ਅਸੀਂ ਰੱਖਿਆ ਕਿ ਪਹਿਲਾਂ ਅਸੀਂ ਬੈਚ ਜਿਹੜਾ 25 ਗੁਰਸਿੱਖ ਲਵਾਂਗੇ, ਔਰ ਲਵਾਂਗੇ ਅਸੀਂ ਬਕਾਇਦਾ ਪੂਰੀ ਉਹਦੀ ਇੰਟਰਵਿਊ ਕਰਕੇ, ਉਹਦਾ ਪੂਰੀ ਕਾਉਂਸਲਿੰਗ ਕਰਕੇ, ਕਾਉਂਸਲਿੰਗ ਦੇ ਹਿਸਾਬ ਦੇ ਨਾਲ 25 ਪਹਿਲਾਂ ਸੀਟਾਂ ਅਸੀਂ ਰੱਖਾਂਗੇ ਜਿਹੜੀਆਂ ਕਿ ਗੁਰਸਿੱਖ ਬੱਚਿਆਂ ਵਾਸਤੇ ਹੋਣਗੀਆਂ। ਉਹਨਾਂ ਨੂੰ ਅਸੀਂ ਚੰਗਾ ਸਟਾਫ, ਚੰਗੇ ਅਸੀਂ ਲੈਕਚਰਰ ਜਿਹੜੇ ਹੈ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਪਟਿਆਲਾ ਯੂਨੀਵਰਸਿਟੀ ਤੇ ਬਾਕੀ ਜਿਹੜੇ ਆਲਰੇਡੀ IAS ਫੀਲਡ ਵਿੱਚ ਕੰਮ ਕਰ ਰਹੇ ਹੈ, ਉਹਨਾਂ ਕੋਲ ਵੀ ਅਸੀਂ ਨਾਲ ਮਦਦ ਲਵਾਂਗੇ। ਉਹ ਸਾਰੀ ਜਿਹੜੀ ਹੈ ਪੂਰੀ ਫ੍ਰੀ ਹੋਏਗੀ, ਕੋਈ ਚਾਰਜਿਸ ਨਹੀਂ ਕੀਤੇ ਜਾਣਗੇ। ਹਾਂ, ਕਿਸੇ ਨੇ ਹੋਸਟਲ ਵਰਤਣਾ ਹੋਵੇ ਉਹਦਾ ਖਰਚ ਵੱਖਰਾ ਹੈ, ਕਿਸੇ ਨੇ ਹੋਰ ਕੋਈ ਕੰਮ ਕਰਨਾ, ਪਰ ਸਾਡੇ ਵੱਲੋਂ ਜਿਹੜੀ ਉਹਨਾਂ ਨੂੰ ਐਜੂਕੇਸ਼ਨ ਹੈ ਉਹ ਫ੍ਰੀ ਦਿੱਤੀ ਜਾਏਗੀ, ਕੋਚਿੰਗ ਫ੍ਰੀ ਦਿੱਤੀ ਜਾਏਗੀ। ਜੇ ਕੋਈ ਇਹਦੇ ਵਿੱਚ ਕੋਈ ਗਰੀਬ ਪਰਿਵਾਰ ਦਾ ਬੱਚਾ ਹੈਗਾ ਤੇ ਉਹਨੂੰ ਵੀ ਫ੍ਰੀ ਰੱਖਾਂਗੇ। ਕੋਈ ਵੀ ਸਿੱਖ ਬੱਚਾ ਉਹਨੂੰ ਫ੍ਰੀ ਹੈ, ਭਾਵੇਂ ਗਰੀਬ ਹੋਵੇ ਭਾਵੇਂ ਅਮੀਰ ਹੋਵੇ, ਸਿੱਖ ਹੈ। ਕਰਤਾਰਪੁਰ ਲੰਗਰ ਦੇ ਖੋਲ੍ਹਣ ਨੂੰ ਲੈ ਕੇ ਇਸ ਸਮੇਂ ਤੋਂ ਅਸੀਂ ਬੇਨਤੀਆਂ ਕਰਦੇ ਆ ਰਹੇ ਹਾਂ, ਔਰ ਚਿੱਠੀਆਂ ਵੀ ਪਾਈਆਂ, ਪ੍ਰਧਾਨ ਮੰਤਰੀ ਜੀ ਨੂੰ ਪਾਈਆਂ, ਹੋਮ ਮਿਨਿਸਟਰ ਨੂੰ ਪਾਈਆਂ, ਫੋਰਮ ਮਿਨਿਸਟਰ ਨੂੰ ਪਾਈਆਂ ਕਿ ਕਰਤਾਰਪੁਰ ਲਾਂਘਾ ਬੜੇ ਸਾਲਾਂ ਬਾਅਦ ਗੁਰੂ ਸਾਹਿਬ ਜੀ ਨੇ ਟੁੱਟ ਕੇ ਅਰਦਾਸ ਸੁਣ ਕੇ ਉਹਨੂੰ ਖੋਲ੍ਹਣ ਦੀ ਬਖਸ਼ਿਸ਼ ਕੀਤੀ ਸੀ, ਔਰ ਪ੍ਰਧਾਨ ਮੰਤਰੀ ਨੂੰ ਮਾਣ ਮਿਲਿਆ ਸੀਗਾ, ਸੈਂਟਰ ਸਰਕਾਰ ਨੂੰ ਮਾਣ ਮਿਲਿਆ ਸੀਗਾ, ਕਿਉਂਕਿ ਜਿਹੜੀਆਂ ਪ੍ਰਕਿਰਿਆ ਹੁੰਦੀ ਹੈ ਸਰਕਾਰੀ, ਉਹ ਸਰਕਾਰ ਨੇ ਕਰਨੀ ਹੁੰਦੀ। ਜੇ ਉਹ ਮਿਲਿਆ ਸੀ ਤੇ ਖੁੱਲ੍ਹਾ ਰਿਹਾ। ਉਸ ਤੋਂ ਬਾਅਦ ਇੱਕ ਚਲੋ ਐਸੀ ਸਿਚੁਏਸ਼ਨ ਆਈ, ਕੋਵਿਡ ਆ ਗਿਆ, ਉਹਦੇ ਕਰਕੇ ਬੰਦ ਕਰਤਾ, ਪਰ ਕੋਵਿਡ ਖਤਮ ਹੋ ਗਿਆ। ਇਸ ਵੇਲੇ ਦੇਸ਼ ਦੇ ਸਾਰੇ ਅਦਾਰੇ ਖੁੱਲ੍ਹ ਗਏ, ਬਾਹਰਲੀ ਆਵਾਜਾਈ ਖੁੱਲ੍ਹ ਗਈ ਹੈ, ਮਤਲਬ ਵੀ ਜਹਾਜ਼ ਖੁੱਲ੍ਹ ਕੇ ਜਾਣ ਲੱਗ ਪਏ ਹੈ, ਲੋਕ ਆਪਸ ਵਿੱਚ ਦੇਸ਼ਾਂ ਵਿੱਚ ਜਾਣ ਲੱਗ ਪਏ ਹੈ। ਲੇਕਿਨ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਦਾ ਲਾਂਘਾ ਦੁਬਾਰਾ ਖੁੱਲ੍ਹਣ ਵਿੱਚ ਕੀ ਅੜਚਨ ਹੈ, ਅਸੀਂ ਵਾਰ-ਵਾਰ ਲਿਖਦੇ ਹਾਂ। ਜੇ ਅਟਾਰੀ ਦੇ ਬਾਰਡਰ ਤੋਂ ਨਨਕਾਣਾ ਸਾਹਿਬ ਸਾਡਾ ਜੱਥਾ ਜਾ ਸਕਦਾ ਹੈ, ਪਾਕਿਸਤਾਨ 'ਚ ਘੁੰਮ ਸਕਦਾ, ਸਾਰੇ ਗੁਰਦੁਆਰਿਆਂ 'ਚ ਜਾ ਸਕਦਾ, ਫਿਰ ਕਰਤਾਰਪੁਰ ਸਾਹਿਬ ਦੇ ਉਸ ਕੋਰੀਡੋਰ ਨੂੰ ਕਿਉਂ ਬੰਦ ਕੀਤਾ ਗਿਆ? ਸੋ ਇਹ ਅਸੀਂ ਅੱਜ ਵੀ ਫਰਿਆਦ ਕਰਦੇ ਹਾਂ, ਪਹਿਲਾਂ ਵੀ ਕੀਤੀ ਸੀ ਕਿ ਹੁਣ 550 ਸਾਲਾਂ 'ਚ ਖੋਲ੍ਹਿਆ ਸੀ, 2 ਸਾਲ ਦੇ ਵਿੱਚ ਕੇਵਲ ਮੇਰੇ ਖਿਆਲ 6 ਮਹੀਨੇ ਖੁੱਲ੍ਹਾ ਰਿਹਾ ਸੀ, ਉਸ ਤੋਂ ਬਾਅਦ ਬੰਦ ਹੋ ਗਿਆ। ਸੋ ਸਾਡੀ ਬੇਨਤੀ ਹੈ ਪ੍ਰਧਾਨ ਮੰਤਰੀ ਜੀ ਨੂੰ ਕਿ 19 ਨਵੰਬਰ ਨੂੰ ਫਿਰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਜਾਣਾ। ਕਰਤਾਰਪੁਰ ਸਾਹਿਬ ਜਾਣ ਦੀ ਸੰਗਤ ਦੀ ਬੜੀ ਇੱਛਾ, ਕਿਉਂਕਿ 10 ਨੋਹਾਂ ਦੀ ਕਿਰਤ ਕਰਨੀ, ਨਾਮ ਜਪੋ ਤੇ ਵੰਡ ਕੇ ਛਕੋ ਦਾ ਸੰਦੇਸ਼ ਗੁਰੂ ਨਾਨਕ ਸਾਹਿਬ ਜੀ ਨੇ ਉੱਥੋਂ ਸਾਨੂੰ ਦਿੱਤਾ ਸੀ ਤੇ ਆਪ ਉੱਥੇ ਕਿਰਤ ਕੀਤੀ। ਸੋ ਮੈਂ ਸਮਝਦੀ ਹਾਂ ਕਿ ਅੱਜ ਦੇ ਸਮੇਂ ਨੂੰ ਵੇਖਦੇ ਹੋਏ, ਮੰਗ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਜੀ ਤੁਰੰਤ ਇਹਨੂੰ ਖੋਲ੍ਹਣਾ ਚਾਹੀਦਾ। ਭਾਈ ਬਲਵੰਤ ਵਾਹਿਗੁਰੂ ਜੀ ਕੀ ਫਤਿਹ। ਅੱਜ ਪਟਿਆਲੇ ਦੇ ਵਿੱਚ ਜੋ ਸਾਡਾ ਇੰਸਟੀਟਿਊਸ਼ਨ ਚੱਲ ਰਿਹਾ ਸੀ B.Ed ਕਾਲਜ ਦੀਆਂ ਕਲਾਸਿਸ ਅਸੀਂ ਕੰਪਲੈਕਸ ਦੇ ਵਿੱਚ ਖਾਲਸਾ ਕਾਲਜ ਦੇ ਵਿੱਚ ਲੈ ਕੇ ਜਾ ਰਹੇ ਹਾਂ, ਔਰ ਇਸ ਕਾਲਜ ਨੂੰ ਅਸੀਂ ਸਕੂਲ ਦੇ ਵਿੱਚ ਸ਼ਿਫਟ ਕੀਤਾ, ਜਿਹੜਾ ਕਿ CBSE ਅਫੀਲੀਏਟਡ ਹੋਏਗਾ, ਔਰ ਚੀਪ ਐਂਡ ਬੈਸਟ ਐਜੂਕੇਸ਼ਨ ਦੇ ਕੇ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਕਰਾਂਗੇ। ਇੱਕ ਸਾਡੀ ਰੀਝ ਹੈ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਸੰਸਥਾਵਾਂ ਚੱਲਦੀਆਂ, ਉਹ ਜੇ ਕੋਈ ਪਿੱਛੇ ਰਹਿ ਗਈਆਂ ਤੇ ਉਹਨਾਂ ਨੂੰ ਵਧੀਆ ਢੰਗ ਦੇ ਨਾਲ ਉਹਨਾਂ ਦੀ ਹਾਲਾਤ ਨੂੰ ਸੁਧਾਰ ਕੇ ਉਹਨਾਂ ਦੀ ਐਜੂਕੇਸ਼ਨ, ਉਹਨਾਂ ਦੀ ਪੜ੍ਹਾਈ ਦਾ ਮਿਆਰ ਜਿਹੜਾ ਉਹ ਵਧੀਆ ਢੰਗ ਨਾਲ ਤਿਆਰ ਕੀਤਾ ਜਾਵੇ। ਸੋ ਇਸ ਕਰਕੇ ਅੱਜ ਸਾਡੇ ਸਾਰੇ ਚੀਫ ਸੈਕਟਰੀ ਸਾਹਿਬ, ਅੰਤਰਿਮ ਕਮੇਟੀ ਦੇ ਮੈਂਬਰ ਸਾਹਿਬਾਨ, ਪ੍ਰਿੰਸੀਪਲ ਸਾਹਿਬ, ਸਾਰਿਆਂ ਨੇ ਇਹ ਜਿਹੜੀ ਵਿਚਾਰ ਕੀਤੀ ਸੀ ਕਿ ਜਿਹੜੀ ਖਾਲਸਾ ਕਾਲਜ ਦੀ ਅਸੀਂ ਲੋਕਲ ਕਮੇਟੀ ਬਣਾਈ ਹੈ, ਉਹ ਸਾਰੇ ਇਹਦੇ ਨਾਲ ਜੁੜ ਕੇ ਇਸ ਨੂੰ ਅੱਗੇ ਵਧਾਉਣਗੇ। ਸੋ ਅੱਜ ਅਸੀਂ ਇਹਦਾ ਉਦਘਾਟਨ ਕੀਤਾ, ਔਰ ਜਲਦੀ ਇਹਦੀਆਂ ਜਿਹੜੀਆਂ ਕਲਾਸਾਂ ਨੇ ਅੱਗੇ ਸ਼ੁਰੂ ਕਰਾਂਗੇ। ਸਾਰੀ ਫੈਸਿਲਿਟੀ ਦਿੱਤੀ ਜਾਵੇ, ਆਧੁਨਿਕ ਜਿੰਨੀ ਵੀ ਐਜੂਕੇਸ਼ਨ ਹੈ ਇਹਦੇ 'ਚ ਪ੍ਰੋਵਾਈਡ ਕੀਤੀ ਜਾਵੇ, ਇਹ ਸਾਡਾ ਸਾਰਿਆਂ ਦਾ ਸੰਕਲਪ ਹੈ। ਸੋ ਮੈਂ ਸਮਝਦੀ ਹਾਂ ਕਿ ਜਿਸ ਮਕਸਦ ਨੂੰ ਲੈ ਕੇ ਅਸੀਂ ਚੱਲੇ ਹਾਂ, ਜਥੇਦਾਰ ਸਾਡੇ ਸਤਿੰਦਰ ਸਿੰਘ ਜੀ ਟੌੜਾ ਸਾਹਿਬ, ਰਖੜਾ ਸਾਹਿਬ, ਇਹਨਾਂ ਦੀ ਸਾਰਿਆਂ ਦੀ ਬੜੀ ਵੱਡੀ ਇੱਛਾ ਸੀ ਕਿ ਅਸੀਂ ਪਟਿਆਲੇ ਸ਼ਹਿਰ ਦੇ ਵਿੱਚ ਇੱਕ ਵਧੀਆ ਸਕੂਲ ਜਿਹੜਾ ਉਹਨੂੰ ਚਲਾਈਏ। ਜਿਸ ਤਰ੍ਹਾਂ ਸਾਡੇ ਕਾਲਜ ਦਾ ਸਟੈਂਡਰਡ ਹੈ, ਜਿਸ ਤਰ੍ਹਾਂ ਸਾਡਾ ਕਾਲਜ ਨੰਬਰ 1 ਤੇ ਚੱਲ ਰਿਹਾ ਹੈ, ਇਸੇ ਤਰ੍ਹਾਂ ਸਕੂਲ ਵੀ ਜਿਹੜਾ ਇਹ ਬੁਲੰਦੀਆਂ ਨੂੰ ਛੋਵੇ ਤੇ ਬੱਚਿਆਂ ਨੂੰ ਮਿਆਰੀ ਐਜੂਕੇਸ਼ਨ ਦੇ ਕੇ ਆਪਣਾ ਫਰਜ਼ ਪੂਰਾ ਕਰੇ। ਉਹ ਅਸੀਂ ਅੱਜ ਨਵੇਂ ਸਿਰੇ ਤੋਂ ਸ਼ੁਰੂ ਕਰਦੇ ਹਾਂ। ਕਿੰਨੀਆਂ ਸੀਟਾਂ ਹੋਣਗੀਆਂ? ਸੀਟਾਂ ਦਾ ਤਾਂ ਸਾਰਾ ਵੇਰਵਾ ਬਾਅਦ 'ਚ ਦੱਸਾਂਗੇ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦੇ 'ਚ ਜਿੰਨੀ ਸਾਡੀ ਕੈਪੈਸਿਟੀ ਹੈ, ਕਿਉਂਕਿ ਸਾਡੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ, ਕੈਪੈਸਿਟੀ ਬੜੀ ਹੈ, ਜਗ੍ਹਾ ਬੜੀ ਹੈ, ਉਹਦੇ ਅਨੁਸਾਰ ਅਸੀਂ ਸੀਟਾਂ ਜਿਹੜੀਆਂ ਐਲੋਕੇਟ ਕਰਾਂਗੇ। ਇੱਕ ਸ਼੍ਰੋਮਣੀ ਕਮੇਟੀ ਹੈ,
ਦੇਖੋ ਰਾਜੋਆਣਾ ਸਾਹਿਬ ਦੇ ਕੋਰਟ ਵਿੱਚ ਅਸੀਂ ਕੇਸ ਲੜ ਰਹੇ ਹਾਂ। ਵਕੀਲ ਉਹਨਾਂ ਨੇ ਕੀਤਾ ਹੋਇਆ, ਫੀਸਾਂ ਅਸੀਂ ਦੇ ਰਹੇ ਹਾਂ। ਪਹਿਲਾਂ 11 ਲੱਖ ਦਿੰਦੇ ਸੀ, ਹੁਣ ਉਹਨਾਂ 15 ਲੱਖ ਕਰ ਦਿੱਤੀ ਫੀਸ। ਅਸੀਂ ਹਰ ਪੇਸ਼ੀ ਦੇ ਉੱਤੇ ਉਹ ਫੀਸ ਭੇਜ ਰਹੇ ਹਾਂ। ਦੁੱਖ ਦੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ, ਰਾਸ਼ਟਰਪਤੀ ਨੇ ਕੇਂਦਰ ਨੂੰ ਲਿਖਿਆ ਸੀ ਕਿ ਤੁਸੀਂ ਇਹਦਾ 2 ਹਫ਼ਤੇ ਦੇ ਵਿੱਚ ਫੈਸਲਾ ਕਰੋ ਕੀ ਕਰਨਾ। ਜਿਹੜਾ ਰਾਸ਼ਟਰਪਤੀ ਨੇ ਇਹ ਵੀ ਕਿਹਾ ਸੀਗਾ ਕਿ ਜਦੋਂ 550 ਸਾਲਾ ਮਨਾਇਆ ਗਿਆ ਉਦੋਂ ਕਿਹਾ ਸੀ ਰਿਹਾ ਕੀਤੇ ਜਾਣਗੇ ਜਿਹੜੇ ਬੰਦੀ ਜਿਹਨਾਂ ਦੀ ਸਜ਼ਾ ਪੂਰੀਆਂ ਹੋ ਗਈਆਂ। ਉਹਦੇ 'ਚ ਰਾਜੋਆਣਾ ਦਾ ਨਾਂ ਸੀਗਾ, ਉਹਦਾ ਵੀ ਨਾਂ ਸੀ, ਉਹਦੇ ਵਿੱਚ 8 ਵਿਅਕਤੀਆਂ ਦੇ ਨਾਂ ਸੀਗੇ ਇਹਨੂੰ ਰਿਹਾ ਕੀਤਾ ਜਾਏਗਾ। ਨਾ ਤੇ ਸੁਪਰੀਮ ਕੋਰਟ ਦੀ ਸੁਣੀ ਇਹਨਾਂ ਨੇ ਕਿ ਜਿਹੜੀ ਹਦਾਇਤ ਆਈ ਹੈ ਕਿ 2 ਮਹੀਨਿਆਂ ਦੇ ਵਿੱਚ ਇਹਦਾ ਫੈਸਲਾ ਕੀਤਾ ਜਾਵੇ। ਸੈਂਟਰ ਨੇ ਕਿਸੇ ਦੀ ਵੀ ਨਹੀਂ ਸੁਣੀ। ਨਾ ਰਾਸ਼ਟਰਪਤੀ ਦੀ ਜਿਹੜੀ ਗੱਲ ਕਹੀ ਸੀ ਉਹ ਪੂਰੀ ਹੋਈ ਹੈ, ਨਾ ਸੁਪਰੀਮ ਕੋਰਟ ਦੀ ਹਦਾਇਤ ਪੂਰੀ ਕੀਤੀ ਹੈ। ਅਸੀਂ ਵਾਰ-ਵਾਰ ਚਿੱਠੀਆਂ ਲਿਖ ਰਹੇ ਹਾਂ। ਅਸੀਂ ਵਫਦ ਲੈ ਕੇ ਜਾਣ ਵਾਸਤੇ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ, ਹੋਮ ਮਿਨਿਸਟਰ ਨੂੰ ਲਿਖੀ ਕਿ ਅਸੀਂ ਇਹਦੇ ਸਬੰਧ ਵਿੱਚ ਮਿਲਣਾ ਚਾਹੁੰਦੇ ਹਾਂ, ਕਿਉਂਕਿ ਸਾਡਾ ਵੀ ਕੌਮ ਦਾ ਪੈਸਾ ਹੈ। ਸਾਨੂੰ ਵਕੀਲਾਂ ਨੂੰ ਫੀਸਾਂ ਦੇਣ ਵਾਸਤੇ ਬਾਰ-ਬਾਰ ਸਾਨੂੰ ਭਾਰੀ ਫੀਸ ਦੇਣੀ ਪੈਂਦੀ ਹੈ। ਉਹਨਾਂ ਵਕੀਲਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਲੇਕਿਨ ਸਾਨੂੰ ਫਰਕ ਪੈਂਦਾ। ਇੱਕ ਤੇ ਉਹਦੀ ਸਾਰੀ ਜ਼ਿੰਦਗੀ ਅੰਦਰ ਰੋਲ ਰਹੀ ਹੈ। ਉਹਨੂੰ ਜੇ ਤੁਸੀਂ ਪਾਸ ਹੀ ਕੀਤਾ ਸੀ, ਰਾਸ਼ਟਰਪਤੀ ਨੇ ਐਲਾਨ ਹੀ ਕੀਤਾ ਸੀਗਾ ਕਿ ਇਹਨਾਂ ਨੂੰ ਛੱਡ ਦਿੱਤੇ ਜਾਣਗੇ, ਰਿਹਾ ਕੀਤੇ ਜਾਣਗੇ, ਤੇ ਅੱਜ ਉਹਨੂੰ ਕਿਉਂ ਰੋਕਿਆ ਹੋਇਆ? ਤੇ ਉਹਦੀ ਜਾਂ ਕਿਸੇ ਪਾਸੇ ਫੈਸਲਾ ਕਰੋ। ਜੇ ਫੈਸਲਾ ਨਹੀਂ ਕਰਨਾ ਫਿਰ ਬਹੁਤ ਮਾੜੀ ਗੱਲ ਹੈ। ਨਾ ਸੁਪਰੀਮ ਕੋਰਟ ਨੂੰ ਮੰਨਣਾ, ਨਾ ਸੈਂਟਰ ਨੂੰ ਮੰਨਣਾ, ਨਾ ਕੋਈ ਰਾਸ਼ਟਰਪਤੀ ਨੂੰ ਮੰਨਣਾ। ਇਹ ਤਾਂ ਮੈਂ ਸਮਝਦੀ ਕਿ ਨਿਰਾ ਹੀ ਧੱਕਾ। ਏਵਨ ਮੀਡੀਆ ਲਈ ਪਟਿਆਲਾ ਤੋਂ ਬਿੰਦਰ ਬਾਤਿਸ਼ ਦੀ ਰਿਪੋਰਟ।